बिस्मिल्लाहिर्रहमानिर्रहीम। अस्सलाम वालेकुम नाज़रीन, उम्मीद करते हैं जी आप सब ठीक ठाक होंगे। आप सबकी दुआओं से अल्हम्दुलिल्लाह जी हम भी बिल्कुल ठीक हैं जी। तो नाज़रीन, आज आप लोग एक छोटे से रूम में मुझे देख रहे होंगे। यहाँ पे एक भाई मेरे साथ मौजूद हैं। क्या उनकी ज़िंदगी में मुश्किलात, आइए मेरे साथ भाई मौजूद है, उनसे बात करके जानते हैं कि वो किस तरह से इस छोटे से रूम में अपनी ज़िंदगी गुजार रहे हैं। हाँ जी भाई, इनकी हाल है, ठीक हो जी शुक्र है अल्लाह दा जी की ठीक ठाक। नाम है मेरे भरा दा? मोहम्मद असलम। अच्छा भाई, किस तरह ज़िंदगी गुजर रही है मेरे भरा दी? जी की मुश्किल है? शुक्र है अल्लाह दा जी। बस जी ਤੁਹਾਡੇ ਸਾਹਮਣੇ ਹੀ ਹੈ, ਗਰੀਬ ਬੰਦੇ ਆ ਜੀ ਤੇ ਕੋਈ ਕਮਾਉਣ ਵਾਲਾ ਨਹੀਂ ਤੇ ਆ ਤੁਹਾਡੇ ਸਾਹਮਣੇ ਇੱਕ ਕੀ ਹੋਇਆ ਸੀ ਤੁਹਾਨੂੰ? ਇਹ ਤੁਸੀਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੋ ਜਾਂ ਬਾਅਦ ਚ ਕੋਈ ਮਸਲਾ ਬਣਾ? ਪਹਿਲੇ ਠੀਕ ਸੀ। ਬਾਕੀ ਜਿਵੇਂ ਪਹਿਲੇ ਕਾਰੋਬਾਰ ਥੋੜਾ ਬਹੁਤਾ ਕਰਦੇ ਰਹਿੰਦੇ, ਵੱਡਾ ਬੁਖਾਰ ਚੜਿਆ, ਉਹਦੀ ਵਜ੍ਹਾ ਤੋਂ ਆਹਿਸਤਾ ਆਹਿਸਤਾ ਚੱਲਿਆ ਹੀ ਨਹੀਂ ਗਿਆ, ਫਿਰ ਬਿਲਕੁਲ ਹੀ ਨਹੀਂ ਟੁਰਿਆ ਗਿਆ, ਬੈਠਾ ਰਹਿਣਾ। ਤੇ ਹੁਣ ਉਹ ਤੁਸੀਂ ਬਿਲਕੁਲ ਨਹੀਂ ਚੱਲ ਸਕਦੇ? ਨਹੀਂ ਜੀ ਨਹੀਂ, ਆ ਵੀਲ ਚੇਅਰ ਤੇ ਬੈਠੇ ਰਹਿੰਦੇ ਆ। ਅੱਛਾ। ਤੇ ਉਹ ਵੀ ਮੈਂ ਕਿਸੇ ਬੰਦੇ ਦਾ ਬੜਿਆਂ ਦਾ ਤਰਲਾ ਕੀਤਾ ਸੀ, ਕੋਈ ਅੱਲਾ ਦਾ ਬੰਦਾ ਮਿਲ ਗਿਆ ਸੀ ਐਸਾ, ਉਹਨੇ ਵੀਲ ਚੇਅਰ ਲੈ ਕੇ ਦਿੱਤੀ। ਬਈ ਜਦੋਂ ਬੁਖਾਰ ਹੋਇਆ ਤਾਂ ਬੁਖਾਰ ਦੀ ਤੁਸੀਂ ਦਵਾਈ ਨਹੀਂ ਲਈ? ਬਾਜੀ ਜੀ ਸਰਕਾਰੀ ਦੀਆਂ ਦਵਾਈਆਂ ਖਾਂਦੇ ਰਹੇ ਹਾਂ। ਸਰਕਾਰੀ ਹਸਪੀਟਲ ਦੀਆਂ? ਹਾਂਜੀ, ਅੱਛਾ। ਸਰਕਾਰੀ ਹਸਪਤਾਲੋਂ ਦਵਾਈ ਲਿਆਈ ਦੀ ਸੀ, ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਤੇ ਇਸੇ ਤਰ੍ਹਾਂ ਹੀ ਬਸ ਫਿਰ ਪੈਸੇ ਕੋਲੇ ਹੈ ਨਹੀਂ ਸੀ ਕਿ ਮਹਿੰਗੀ ਦਵਾਈ ਖੁਦ ਲੈ ਸਕੀਏ, ਤੇ ਉਹ ਇਸ ਤਰ੍ਹਾਂ ਬਸ ਦਿਨੋਂ ਦਿਨ ਫਿਰ ਰਹਿੰਦਾ ਗਿਆ ਤੇ ਵਜ਼ਨ ਵੱਧਦਾ ਗਿਆ। ਕਿੰਨੀ ਦੇਰ ਭਾਈ ਹੋ ਗਈ ਹੈ ਕਿ ਤੁਸੀਂ ਚੱਲ ਨਹੀਂ ਸਕੇ? ਬਾਜੀ ਜੀ 10 ਸਾਲ ਹੋ ਗਏ ਨੇ ਬੈਠਿਆਂ ਨੂੰ। 10 ਸਾਲ ਐਸੀ ਹਾਲਤ ਵਿੱਚ ਹੋ ਗਏ? ਹਾਂਜੀ ਬਿਲਕੁਲ ਜੀ, ਇਸੇ ਤਰ੍ਹਾਂ ਹੀ 10 ਸਾਲ ਹੋ ਗਏ। ਇਸ ਤਰ੍ਹਾਂ ਹੀ ਬੈਠੇ ਰਹਿੰਦੇ ਹਾਂ, ਨਾ ਆ ਜਾ ਸਕਦੇ ਨਾ ਚੱਲ ਸਕਦੇ ਹਾਂ। ਇਹ ਵੀਲ ਚੇਅਰ ਦੇ ਥੋੜ੍ਹਾ ਬਹੁਤਾ ਆਸਰਾ ਹੈ, ਬਾਹਰ ਜਾ ਕੇ ਦੁਨੀਆਦਾਰੀ ਵੇਖ ਲੈਂਦੀ ਹੈ। ਤੇ ਇਸੇ ਤਰ੍ਹਾਂ ਜ਼ਿੰਦਗੀ ਬਹੁਤ ਮੁਸ਼ਕਲ ਗੁਜ਼ਾਰਾ ਹੋ ਰਿਹਾ। ਪਹਿਲੇ ਦੀ ਭਾਈ ਜ਼ਿੰਦਗੀ ਕੈਸੀ ਸੀ? ਪਹਿਲੇ ਬਾਜੀ ਜੀ ਚੰਗੀ ਸੀ, ਇਹਦੇ ਨਾਲੋਂ ਬਹੁਤ ਅੱਛੀ ਜ਼ਿੰਦਗੀ ਸੀ। ਪਹਿਲੇ ਚੱਲ ਸਕਦਾ ਸੀ, ਯਾਰ ਸੀ, ਦੋਸਤ ਸਨ, ਇਕੱਠੇ ਆਉਂਦੇ ਜਾਂਦੇ ਸੀ। ਲੇਕਿਨ ਹੁਣ ਜਦੋਂ ਦਾ ਬੈਠਾ ਸਾਰੇ ਛੱਡ ਗਏ, ਭੈਣ ਭਰਾ ਵੀ, ਯਾਰ ਦੋਸਤ ਵੀ। ਜਦੋਂ ਜ਼ਾਹਿਰ ਜੇਬ 'ਚ ਪੈਸੇ ਹੁੰਦੇ ਸੀ ਤੇ ਸਾਰੇ ਹਰ ਕੋਈ ਮੇਰੇ ਨਾਲ ਹੱਸਦਾ ਖੇਡਦਾ ਸੀ, ਯਾਰ ਮੇਰੀ ਦੋਸਤ ਵੀ, ਖਵਾਉਂਦੇ ਪੀਂਦੇ ਇਕੱਠੇ ਸਾਂ। ਲੇਕਿਨ ਹੁਣ ਮੇਰੇ ਕੋਲ ਨਹੀਂ ਹੈ ਪੈਸੇ, ਤੇ ਹੁਣ ਮੈਨੂੰ ਸਾਰੇ ਹੀ ਛੱਡ ਗਏ, ਰਿਸ਼ਤੇਦਾਰ ਵੀ, ਭੈਣ ਭਰਾ ਵੀ। ਤੇ ਇਸ ਤਰ੍ਹਾਂ ਹੀ ਮੇਰੀ ਜ਼ਿੰਦਗੀ ਆ। ਬਸ ਹੁਣ ਬਹੁਤ ਹੀ ਮੁਸ਼ਕਲ ਗੁਜ਼ਾਰਾ ਹੋ ਇੱਥੇ ਜ਼ਿੰਦਗੀ ਗੁਜ਼ਰ ਰਹੀ ਹੈ। ਤੇ ਇਹ ਛੋਟਾ ਜਿਹਾ ਕਮਰਾ ਹੈ ਤੇ ਮੈਂ ਇੱਥੇ ਬੈਠਾ ਰਹਿਣਾ, ਤੇ ਰਾਤ ਨੂੰ ਇੱਥੇ ਹੀ ਆ ਨਿੱਕੇ ਜਿਹੇ ਕਮਰੇ 'ਚ ਹੀ ਪੈਂਦੇ ਹਾਂ ਤੇ ਬਹਿੰਦੇ ਹਾਂ, ਖਾਂਦੇ ਹਾਂ। छोटा मोटा है किचन है, मंजी इनके पे बैठ के। जितना नाज़रीन, अगर मैं आपको दिखाना चाहूँ तो यहीं पे इनका भाई का ये छोटा सा किचन है। इन्होंने कुछ चंद चीज़ें यहाँ पे खाने पीने की रखी हुई है। ये छोटी सी चारपाई है और इनके मोहल्ले की जो औरतें हैं वही बता रही थी कि ये चारपाई पे ये सोते हैं। और ये व्हील चेयर भी जो है इनको किसी ने ले दी। पहले ये ज़मीन पे इसी तरह चल तो नहीं सकते, लेकिन क्रॉलिंग करके बाहर जाते थे तो कपड़े वगैरह भी इनके गंदे हो जाते थे। इसी तरह से इनको कोई अल्लाह का नेक बंदा मिला जिन्होंने इनको व्हील चेयर ले दी। और ये क्या चाहते हैं कि जो और इनकी ज़िंदगी में हो और इनके लिए आसानी पैदा हो जाए। हाँ जी बाजी जी, ਇਹੋ ख्वाहिश है कि ਸਾਡਾ ਵੀ ਕੋਈ ਅੱਲਾ ਦਾ ਬੰਦਾ ਐਸਾ ਮਿਲ ਜਾਏ ਤਾਂ ਕਿ ਕੋਈ ਰੋਜ਼ਗਾਰ ਚਲਾਏ, ਦੁਕਾਨ ਵਾਸਤੇ ਕੋਈ ਮਦਦ। अगर तुसी करना भी चाहो तो की कर सकते? ਇਹੋ ਪਰਚੂਨ ਦੀ ਦੁਕਾਨ ਦਾ ਬੈਠੇ ਕੰਮ ਕਰ ਸਕਦੇ, ਇਹੋ ਹੀ ਆਸਾਨ ਹੈ। ਜਾਂ ਕੋਈ ਐਸਾ ਕੋਈ मतलब कि राशन वगैरह कोई दे ला देवे कोई। भाई अगर तुम दुकान छोटी मोटी कोई बना भी दिंदा है, कोई परचून दी, तो फिर तुहानू बाहर निकलने च इन्ना मसला होंदा है। तो सफ़र भी बहुत दूर है, इत्थे कोई होर मतलब नज़दीक कोई मार्केट भी नहीं हैगी, तो किस तरह फिर तुसी अपने दुकान दा राशन वगैरह लैके आओगे? ਬਾਜੀ ਜੀ ਇੱਥੇ ਕਈ ਬਾਹਰ ਦੁਕਾਨਾਂ ਹੈ ਨੇ 2-3, ਤੇ ਉੱਥੇ ਨਾ ਦੇਣ ਆਉਂਦੇ ਨੇ ਬੰਦੇ, ਬੇਕਰੀ ਵਾਲੇ ਜਿਹੜੇ ਦੁਕਾਨਾਂ 'ਤੇ ਸੌਦਾ ਦਿੰਦੇ ਨੇ। ਜੇ ਅਗਰ ਮਦਦ ਅੱਲਾ ਦਾ ਬੰਦਾ ਕਰ ਦੇਵੇ ਤੇ ਅਸੀਂ ਉਹਨਾਂ ਨੂੰ ਕਹਿ ਕੇ ਦੇ ਉੱਥੋਂ ਬੰਦਾ ਲੈ ਕੇ ਜਿਹੜੇ ਬਾਈਕ ਵਗੈਰਾ ਤੇ ਥੋਕ ਤੇ ਸਮਾਨ ਦੇਣ ਵਾਸਤੇ ਆਉਂਦੇ ਨੇ, ਉਹਨਾਂ ਦੀ ਗੱਲ ਕਰ। ਹਾਂਜੀ ਹਾਂਜੀ। ਤੇ ਅਗਰ ਮਿਲ ਜਾਏ ਤੇ ਸਾਡਾ ਕੋਈ ਅੱਲਾ ਦਾ ਬੰਦਾ ਮਦਦ ਕਰ ਦੇਵੇ ਤੇ ਅਸੀਂ ਪਰਚੂਨ ਦੀ ਦੁਕਾਨ ਪਾ ਕੇ ਆਪਣਾ ਰੋਜ਼ਗਾਰ ਜ਼ਿੰਦਗੀ ਕੁਛ ਆਸਾਨੀ ਨਾਲ ਗੁਜ਼ਾਰ ਸਕਦੇ ਹਾਂ। ਤੇ ਉਹਨਾਂ ਦੀ ਦੁਆ ਕਰਾਂਗੇ ਹਮੇਸ਼ਾ। ਜੇ ਅਗਰ ਜਿਹੜਾ ਕੋਈ ਅੱਲਾ ਦਾ ਬੰਦਾ ਐਸਾ ਕੋਈ ਮਦਦ ਕਰ ਦੇਵੇ, ਅਸੀਂ ਦੁਕਾਨ ਦਾ ਰੋਜ਼ਗਾਰ ਆਪਣਾ ਮੈਂ ਚਲਾ ਸਕਾਂਗਾ ਜੀ। ਅਗਰ ਕੋਈ ਦੁਕਾਨ ਦਾ ਜੇ ਇੰਨਾ ਕੋਈ ਨਹੀਂ ਮਦਦ ਕਰ ਸਕਦਾ ਤੇ ਚਲੋ ਕਮ ਸੇ ਕਮ ਰਾਸ਼ਨ ਹੀ ਮੈਨੂੰ ਕੋਈ ਅੱਲਾ ਦਾ ਬੰਦਾ ਦਵਾ ਦਿਆ ਕਰੇ, ਤੇ ਤਾਂ ਕਿ ਅਸੀਂ ਵੀ 2 ਵਕਤ ਦੀ ਰੋਟੀ ਆਸਾਨੀ ਨਾਲ ਖਾ ਲਈਏ। भाई अगर राशन का अगर कोई कर भी देंदा है तो पका के तुहानू कौन देगा? तुसीं तां इकल्ले रहिंदे हो, पकाओगे किस तरह?
ਜੀ ਮੈਂ ਜੀ ਆ ਤੁਹਾਡੇ ਸਾਹਮਣੇ ਛੋਟੀ ਜਿਹੀ ਚਾਰਪਾਈ ਮੰਜੀ ਪਈ ਹੈ, ਉੱਥੇ ਖੁਦ ਹੀ ਪਕਾ ਲੈਂਦੇ ਆ। ਕੋਈ ਅੱਲਾ ਦਾ ਬੰਦਾ ਐਸਾ ਮਿਲ ਜਾਂਦਾ ਤੇ ਉਹਨੂੰ 200 ਦੀ ਜਾਂ 150 ਦੀ 2-4 ਦਿਨ ਨਿਕਲ ਜਾਂਦੇ, ਗੈਸ ਪਵਾ ਕੇ ਲਿਆ ਦਿੰਦੇ ਨੇ, ਇੱਥੇ ਬਹਿ ਕੇ ਖੁਦ ही किचन जहाँ निक्का जिहा बनया होया जे। तो ये जो है ये सामने चूल्हा पड़ा हुआ है, यहीं पे जो भाई बैठ के अपनी रोटी भी बना लेते हैं, चाय भी बना लेते हैं, और जो भी इन्होंने खाना पीना होता है छोटा मोटा यहाँ पे ये बना लेते हैं। यही कह रहे हो पॉइंट तुसी? जी भाई ਇਹ ਤੇ ਬੜੀ ਔਖੀ ਜ਼ਿੰਦਗੀ ਹੈ, ਕੋਈ ਸੰਭਾਲਣ ਵਾਲਾ ਨਹੀਂ ਹੈਗਾ ਤੁਹਾਨੂੰ। ਇਸ ਕਮਰੇ ਦੇ ਵਿੱਚ ਤੁਸੀਂ ਰਹਿੰਦੇ ਹੋ, ਆਪੇ ਹੀ ਪਕਾਉਂਦੇ ਹੋ, ਚੱਲ ਤੁਸੀਂ ਨਹੀਂ ਸਕਦੇ, ਬੈਠ ਤੁਸੀਂ ਨਹੀਂ ਸਹੀ ਤਰ੍ਹਾਂ ਸਕਦੇ, ਬੜੀ ਔਖੀ ਜ਼ਿੰਦਗੀ। ਕੋਈ ਭੈਣ ਭਰਾ ਸਾਥ ਦੇਣ ਵਾਲਾ ਨਹੀਂ? जी नहीं जी, कोई नहीं जी। भरा सारे शादीशुदा ने वखरे हो गए ने ते आपे ही इत्थे जिंदगी निक्के जे कमरे च बसर कर रहे हैं। ते अल्लाह दा शुक्र है जो फिर दिता होवे ते अल्लाह ने जो नसीब बनाए ने। ते साडी गुजारिश है भी कोई अल्लाह दा बंदा ऐसा मिले ताकि साडा भी कोई राशन ला देवे, ताकि मैं 2 वक्त दी रोटी आसानी नाल खा सकां। ते मैं ਉਹਦੇ ਹੱਕ ਦੁਆ ਹੀ ਕਰਾਂਗੇ, ਅੱਲਾਹ ਤਾਲਾ ਉਹਨਾਂ ਨੂੰ ਹਮੇਸ਼ਾ ਕਾਇਮ ਸਲਾਮਤ ਰੱਖੇ। ਅਗਰ ਤੁਹਾਡਾ ਰਾਸ਼ਨ ਲੱਗ ਜਾਂਦਾ ਤਾਂ ਤੁਸੀਂ ਸਮਝਦੇ ਹੋ ਕਿ ਤੁਹਾਡੀ ਜ਼ਿੰਦਗੀ ਸਕੂਨ 'ਚ ਆਈਏਗੀ, ਤੁਹਾਨੂੰ ਕਿਸੇ ਦੀ ਮੁਹਤਾਜੀ ਨਹੀਂ ਰਹੇਗੀ, ਠੀਕ ਹੈ? ਤੁਸੀਂ ਆਪਣਾ ਪਕਾਓਗੇ, ਆਪਣਾ ਖਾਓਗੇ, ਤੁਹਾਡੀ ਜ਼ਿੰਦਗੀ ਆਸਾਨ ਹੋ ਜਾਏਗੀ, ਇਹ ਤੁਸੀਂ ਸਮਝਦੇ ਹੋ? ਹਾਂਜੀ ਜੀ ਬਿਲਕੁਲ ਜੀ, ਫਿਰ ਆਸਾਨ ਹੋ ਜਾਏਗਾ ਜੀ। ਦੇਖੋ ਜਦੋਂ ਖਾਣ ਪੀਣ ਹੋਇਆ ਬੰਦਾ ਖੁਦ ਹੀ ਪਕਾ ਕੇ ਖਾ ਲੈਂਦਾ। ਅੱਗੇ ਵੀ ਮੈਂ ਇੱਥੇ ਬੈਠ ਕੇ ਚਾਰਪਾਈ ਤੇ ਬਹਿ ਕੇ ਪਕਾ ਲੈਂਦਾ ਆਪੇ, ਜੋ ਵੀ ਜਿੰਨੀ ਵੀ ਖਾਣੀ ਹੋਵੇ ਆਪੇ ਕਰ ਲੈਨੇ। ਲੇਕਿਨ ਅੱਜ ਭਰਾ ਸਾਰੇ ਸ਼ਾਦੀशुदा ਵੱਖਰੇ ਹੋ ਗਏ ਨੇ, ਮੈਂ ਇਕੱਲਾ ਹੀ ਹਾਂ। ਇਹ ਜਿੱਥੇ ਬਈ ਤੁਸੀਂ ਰਹਿ ਰਹੇ ਹੋ ਕਮਰਾ ਤੁਹਾਡਾ ਆਪਣਾ? ਨਹੀਂ ਜੀ ਨਹੀਂ, ਇਹ ਕਿਸੇ ਨੇ ਦਿੱਤਾ ਹੈ, ਮੈਂ ਛੋਟਾ ਮੋਟਾ ਗੁਜ਼ਾਰਾ ਕਰਨ ਲਈ, ਤਾਂ ਕਿ ਕਿਸੇ ਦੇ ਅੱਲਾ ਦੇ ਬੰਦੇ ਗੁਜ਼ਾਰਿਸ਼ ਕੀਤੀ, ਉਹਨੇ ਛੋਟਾ ਜਿਹਾ ਕਮਰਾ ਦਿੱਤਾ ਮੈਨੂੰ ਰਹਿਣ ਵਾਸਤੇ। ਕੋਈ ਕਿਰਾਇਆ ਬਿੱਲ ਤੁਹਾਡੇ ਕੋਲ ਲੈਂਦੇ ਨੇ ਦਾ? ਨਹੀਂ ਜੀ, ਬਿੱਲ ਮੈਂ ਕਿੱਥੋਂ ਦੇ ਸਕਦਾ, ਮੇਰੇ ਕੋਲ ਪੈਸੇ नहीं है, तो मैं बिल कित्थों दे दूँ। अल्लाह पाक सबके लिए आसानियाँ करे और अल्लाह पाक उनको भी इस चीज़ का अजर दे जिन्होंने ये जगह इनको रहने के लिए दी है। और यहाँ पे जी मैं इनका रूम आपको दिखाना चाहूँगी। ये आप लोग देख सकते हैं, ये छत है, जगह जगह पे सुराख नज़र आ रहे होंगे। अगर बारिश वगैरह आंदी होगी तो भाई पानी तो अंदर आंदा होगा यकीनन। हाँ जी बिल्कुल जी बिल्कुल, बारिश पवे तो पानी तो काफ़ी टिपकदा छत चोन लग जाती है। फिर यहाँ पे दीवारें भी आप लोग देख सकते हैं, इनकी काफ़ी खस्ता हालत में है। छत भी मैं आप लोगों को दिखा रही हूँ, ये भी आप लोग देख सकते हैं। यहाँ पे इस सबसे बड़ी चीज़ एक मैंने और देखी, पंखा नहीं है यहाँ पे, और यहाँ पे इस कमरे में कोई स्विच नहीं है। ये आपको एक लाइट नज़र आ रही होगी, ये भी जिधर से इन्होंने लाइट ली हुई है, वो रात को भाई कहते हैं कि ये अपना उधर से स्विच लगा देते हैं और लाइट ऑन हो जाती है और सुबह में वो बंद कर देते हैं। तो सारा दिन यहाँ पे लाइट नहीं होती, बस ये जो है रात के लिए एक बल्ब उन्होंने लगा के दिया हुआ है अल्लाह की राह में कि चलें ये अंधेरे में ना बैठें। भाई की 2 ख्वाहिशें हैं कि अगर आप लोग कोई एक भी पूरी कर दें उसमें से। एक तो ये चाहते हैं मेरी छोटी सी कोई दुकान बन जाए जिसमें बच्चों की खाने पीने वाली चीज़ें वगैरह हो जाए, परचून वाली छोटी सी शॉप बन जाए, ताकि ये अपना महीने का वहाँ से कमा के अपने गुजारा कर सकें। और दूसरा ये बोल रहे हैं कि अगर वो भी कोई नहीं कर सकता तब महीने का अगर वो भी कोई नहीं कर सकता तो महीने का कोई राशन लगा दे, ताकि ये भाई अपने लिए पका के गुजारा कर सके, खा सके आसानी से, क्योंकि इनका कोई कमाने वाला नहीं है, कमा ये खुद सकते नहीं है, चल के कोई ऐसा काम नहीं कर सकते जो ये वहाँ से कमाएंगे और अपनी ज़िंदगी गुजार लेंगे। जो नाज़रीन आपको बेहतर लगे इनके लिए दोनों कामों में से, तो ज़रूर आप इनके लिए कीजिएगा। ये यकीन करें सारी ज़िंदगी की आप लोगों के लिए दुआएं, अगर आप लोग इनके लिए आसानियाँ करेंगे तो अल्लाह पाक ज़रूर आप लोगों के लिए भी आसानियाँ करेगा। तो यही कहना चाहूँगी जी, स्क्रीन पे नंबर हमने दिया हुआ है, अगर आप लोग इनकी कोई मदद करना चाहते हैं हमसे रब्ता कर सकते हैं और इनकी मदद कर सकते हैं। मिलते हैं जी आप लोगों को किसी नेक्स्ट वीडियो के साथ। अल्लाह हाफिज़।